अपने YouTube चैनल ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਮਾਸਟਰ ਕੈਡਰ ਪੰਜਾਬੀ ਦੇ MCQs ਕੁਐਸਚਨ ਕਰਨ ਜਾ ਰਹੇ ਹਾਂ। ਪਹਿਲਾ ਕੁਐਸਚਨ ਹੈ ਆਪਣਾ, ਕਿਹੜਾ ਵਿਦਵਾਨ ਪੰਜਾਬੀ ਅਤੇ ਲਹਿੰਦੀ ਨੂੰ ਇੱਕ ਭਾਸ਼ਾ ਨਹੀਂ ਮੰਨਦਾ? ਪਹਿਲਾ ਆਪਸ਼ਨ ਹੈ ਪ੍ਰੇਮ ਪ੍ਰਕਾਸ਼ ਸਿੰਘ, ਦੂਸਰਾ ਆਪਸ਼ਨ ਹੈ ਤੇਜਾ ਸਿੰਘ, ਤੀਸਰਾ ਗੀਅਰਸਨ, ਚੌਥਾ ਹਰਕੀਰਤ ਸਿੰਘ। ਇਹਦਾ ਕਰੈਕਟ ਆਨਸਰ ਹੈ ਗੀਅਰਸਨ। ਜਿਹੜਾ ਵਿਦਵਾਨ ਪੰਜਾਬੀ ਲਹਿੰਦੀ ਨੂੰ ਇੱਕ ਭਾਸ਼ਾ ਨਹੀਂ ਮੰਨਦਾ। ਸੈਕੰਡ ਕੁਐਸਚਨ ਆਪਣਾ, ਭਾਸ਼ਾ ਦੀ ਸਭ ਤੋਂ ਨਿੱਕੀ ਇਕਾਈ ਕਿਹੜੀ ਹੈ? ਪਹਿਲਾ ਆਪਸ਼ਨ ਹੈ ਅੱਖਰ, ਦੂਸਰਾ ਸ਼ਬਦ, ਤੀਸਰਾ ਬਾਵਸ, ਚੌਥਾ ਧੁਨੀ। ਇਹਦਾ ਕਰੈਕਟ ਆਨਸਰ ਹੈ ਧੁਨੀ, ਜਿਹੜੀ ਭਾਸ਼ਾ ਦੀ ਸਭ ਤੋਂ ਨਿੱਕੀ ਇਕਾਈ ਹੈ। ਤੀਸਰਾ ਕੁਐਸਚਨ ਹੈ, ਸੰਸਾਰ ਵਿੱਚ ਸਭ ਤੋਂ ਪਹਿਲਾਂ ਕਿਹੜੀ ਲਿਪੀ ਪੈਦਾ ਹੋਈ? ਪਹਿਲਾ ਆਪਸ਼ਨ ਸੰਕੇਤ ਲਿਪੀ, ਦੂਸਰਾ ਚਿੱਤਰ ਲਿਪੀ, ਤੀਸਰਾ ਵਰਨ ਲਿਪੀ, ਚੌਥਾ ਚਿਹਨ ਲਿਪੀ। ਇਹਦਾ ਕਰੈਕਟ ਆਨਸਰ ਹੈਗਾ ਸੰਕੇਤ ਲਿਪੀ। ਸੰਸਾਰ ਦੀ ਸਭ ਤੋਂ ਪਹਿਲੀ ਲਿਪੀ ਹੋਈ। ਚੌਥਾ ਕੁਐਸਚਨ ਹੈ, ਸੰਰਚਨਾਤਮਕ ਭਾਸ਼ਾ ਵਿਗਿਆਨ ਦਾ ਆਧਾਰ ਹੈ। ਪਹਿਲਾ ਆਪਸ਼ਨ ਹੈ ਭਾਸ਼ਾ ਤੇ ਉਪਭਾਸ਼ਾ, ਦੂਸਰਾ ਬਸਾਈ ਸੰਰਚਨਾ, ਤੀਸਰਾ ਲੌਂਗ ਤੇ ਪੈਰੋਲ, ਚੌਥਾ ਭਾਸ਼ਾ ਤੇ ਸੱਭਿਆਚਾਰ ਦਾ ਸੰਬੰਧ। ਇਹਦਾ ਕਰੈਕਟ ਆਨਸਰ ਹੈਗਾ ਬਸਾਈ ਸੰਰਚਨਾ। ਪੰਜਵਾਂ ਕੁਐਸਚਨ ਹੈ, ਬੋਲੀ ਉਚਾਰ ਨੂੰ ਸੰਸ਼ੂਰ ਕਿਹੜਾ ਨਾਂ ਦਿੰਦਾ ਹੈ? ਪਹਿਲਾ ਆਪਸ਼ਨ ਹੈ ਪੈਰੋਲ, ਦੂਸਰਾ ਲੌਂਗ, ਤੀਸਰਾ ਕੜੀਦਾਰ, ਚੌਥਾ ਲੜੀਦਾਰ। ਇਹਦਾ ਕਰੈਕਟ ਆਨਸਰ ਹੈਗਾ ਸੰਸ਼ੂਰ। ਬੋਲੀ ਉਚਾਰ ਨੂੰ ਪੈਰੋਲ ਦਾ ਨਾਂ ਦਿੰਦਾ ਹੈ। ਛੇਵਾਂ ਕੁਐਸਚਨ, ਕਿਹੜੇ ਗੁਰੂ ਸਾਹਿਬ ਨੇ ਅਲੋਹੁਣੀਆਂ ਕਾਵਿ ਰੂਪ ਦੀ ਰਚਨਾ ਕੀਤੀ? ਪਹਿਲਾ ਆਪਸ਼ਨ ਗੁਰੂ ਰਾਮਦਾਸ ਜੀ, ਦੂਸਰਾ ਗੁਰੂ ਨਾਨਕ ਦੇਵ ਜੀ, ਤੀਸਰਾ ਗੁਰੂ ਅਰਜਨ ਦੇਵ ਜੀ, ਚੌਥਾ ਗੁਰੂ ਅੰਗਦ ਦੇਵ ਜੀ। ਇਹਦਾ ਕਰੈਕਟ ਆਨਸਰ ਹੈਗਾ ਗੁਰੂ ਨਾਨਕ ਦੇਵ ਜੀ ਨੇ ਹੀ ਅਲੋਹੁਣੀਆਂ ਕਾਵਿ ਰੂਪ ਦੀ ਵਰਤੋਂ ਕੀਤੀ। ਸੱਤਵਾਂ ਕੁਐਸਚਨ ਹੈ, ਪੌਰਾਣਿਕ ਕਥਾਵਾਂ ਲਈ ਹੋਰ ਕਿਹੜੇ ਨਾਂ ਦੀ ਵਰਤੋਂ ਕੀਤੀ ਜਾਂਦੀ ਹੈ? ਪਹਿਲਾ ਆਪਸ਼ਨ ਨੀਤੀ ਕਥਾ, ਦੂਸਰਾ ਆਪਸ਼ਨ ਪ੍ਰੇਤ ਕਥਾਵਾਂ, ਤੀਸਰਾ ਆਪਸ਼ਨ ਹੈ ਦੰਤ ਕਥਾਵਾਂ, ਚੌਥਾ ਮਿਥਕ ਕਥਾਵਾਂ। ਇਹਦਾ ਕਰੈਕਟ ਆਨਸਰ ਹੈਗਾ ਮਿਥ ਕਥਾਵਾਂ ਦਾ ਨਾਂ ਦਿੱਤਾ ਜਾਂਦਾ ਹੈ। ਅੱਠਵਾਂ ਕੁਐਸਚਨ ਹੈ, ਦੰਤ ਕਥਾ ਵਿੱਚ ਸੁਮੇਲ ਹੁੰਦਾ ਹੈ। ਪਹਿਲਾ ਆਪਸ਼ਨ ਹੈ ਦੇਵਤਿਆਂ ਅਤੇ ਮਨੁੱਖਾਂ ਦਾ, ਦੂਸਰਾ ਪਸ਼ੂਆਂ ਤੇ ਪੰਛੀਆਂ ਦਾ, ਤੀਸਰਾ ਇਤਿਹਾਸ ਤੇ ਮਿਥਿਹਾਸ ਦਾ, ਚੌਥਾ ਧਰਮ ਤੇ ਦਰਸ਼ਨ ਦਾ। ਇਹਦਾ ਕਰੈਕਟ ਆਨਸਰ ਹੈ ਇਤਿਹਾਸ ਤੇ ਮਿਥਿਹਾਸ ਦਾ ਸੁਮੇਲ ਹੈ। ਨੌਵਾਂ ਕੁਐਸਚਨ ਹੈ, ਪ੍ਰੇਤ ਕਥਾਵਾਂ ਵਿੱਚ ਭੂਤ ਪ੍ਰੇਤਾਂ ਤੋਂ ਬਚਣ ਲਈ ਵਰਤੇ ਜਾਂਦੇ ਹਨ। ਪਹਿਲਾ ਆਪਸ਼ਨ ਬੰਦੂਕਾਂ, ਦੂਸਰਾ ਤਲਵਾਰਾਂ, ਤੀਸਰਾ ਜੋਸ਼ੀਲੇ ਬੋਲ, ਚੌਥਾ ਮੰਤਰ। ਇਹਦਾ ਕਰੈਕਟ ਆਨਸਰ ਹੈ ਮੰਤਰ ਦੀ ਵਰਤੇ ਜਾਂਦੇ ਹਨ। 10ਵਾਂ ਕੁਐਸਚਨ ਹੈ, ਜਨੌਰ ਕਹਾਣੀਆਂ ਦਾ ਆਮ ਤੌਰ ਤੇ ਉਦੇਸ਼ ਹੁੰਦਾ ਹੈ। ਨੰਬਰ 1, ਪਹਿਲਾ ਆਪਸ਼ਨ ਜਨੌਰਾਂ ਬਾਰੇ ਗਿਆਨ ਦੇਣਾ, ਨੰਬਰ 2 ਮਨੋਰੰਜਨ ਕਰਨਾ, ਤੀਸਰਾ ਕੁਦਰਤੀ ਰਹੱਸਾਂ ਨੂੰ ਖੋਲਣਾ, ਚੌਥਾ ਉਪਦੇਸ਼ ਦੇਣਾ। ਇਹਦਾ ਕਰੈਕਟ ਆਨਸਰ ਹੈਗਾ ਉਪਦੇਸ਼ ਦੇਣਾ। 11ਵਾਂ ਕੁਐਸਚਨ, ਨੀਤੀ ਕਥਾ ਦਾ ਆਧਾਰ ਹੁੰਦਾ ਹੈ। ਪਹਿਲਾ ਸਮਾਜਿਕਤਾ, ਦੂਸਰਾ ਆਪਸ਼ਨ ਦਾਰਸ਼ਨਿਕਤਾ, ਤੀਸਰਾ ਧਾਰਮਿਕਤਾ, ਚੌਥਾ ਨੈਤਿਕਤਾ। ਇਹਦਾ ਕਰੈਕਟ ਆਨਸਰ ਹੈ ਨੈਤਿਕਤਾ ਨੀਤੀ ਕਥਾ ਦਾ ਆਧਾਰ ਹੈ। 12ਵਾਂ ਕੁਐਸਚਨ, ਲੋਕ ਵਾਰਾਂ ਵਿੱਚ ਆਮ ਕਰਕੇ ਕਿਸ ਛੰਦ ਦੀ ਵਰਤੋਂ ਕੀਤੀ ਜਾਂਦੀ ਹੈ? ਪਹਿਲਾ ਸਵਈਆ, ਦੂਜਾ ਆਪਸ਼ਨ ਹੈਗਾ ਦਵਈਆ, ਤੀਸਰਾ ਨਿਸ਼ਾਨੀ, ਚੌਥਾ ਬੈਂਤ। ਇਹਦਾ ਕਰੈਕਟ ਆਨਸਰ ਹੈਗਾ ਨਿਸ਼ਾਨੀ। ਜਿਹੜਾ ਹੈਗਾ ਇਸ ਛੰਦ ਦੀ ਵਰਤੋਂ ਕੀਤੀ ਜਾਂਦੀ ਹੈ ਲੋਕ ਵਾਰਾਂ ਵਿੱਚ। 13ਵਾਂ ਕੁਐਸਚਨ ਹੈ, ਨਿਤ ਕਥਾਵਾਂ ਵਿੱਚੋਂ ਸਪਸ਼ਟ ਹੁੰਦਾ ਹੈ। ਪਹਿਲਾ ਆਪਸ਼ਨ ਹੈ ਰਾਜਨੀਤੀ ਬਾਰੇ, ਦੂਸਰਾ ਵਿਦਿਅਕ ਹਾਲਾਤ ਬਾਰੇ,
ਤੀਜਾ ਲੋਕ ਧਰਮ ਬਾਰੇ, ਚੌਥਾ ਧਾਰਮਿਕ ਅਵਸਥਾ ਬਾਰੇ। ਇਹ ਲੋਕ ਧਰਮ ਬਾਰੇ ਨਿਤ ਕਥਾਵਾਂ ਵਿੱਚੋਂ ਸਪਸ਼ਟ ਹੁੰਦਾ ਹੈ। ਲੋਕ ਧਰਮ ਬਾਰੇ ਸਪਸ਼ਟ ਹੁੰਦਾ ਹੈ। ਚੌਦਵਾਂ ਕੁਐਸਚਨ ਹੈਗਾ ਆਪਣਾ, ਕਿਹੜੀ ਦੰਤ ਕਥਾ ਪੰਜਾਬੀ ਵਿਰਸੇ ਨਾਲ ਸੰਬੰਧਿਤ ਨਹੀਂ ਹੈ? ਪਹਿਲਾ ਆਪਸ਼ਨ ਹੀਰ ਰਾਂਝਾ, ਦੂਸਰਾ ਸੋਹਣੀ ਮਹੀਵਾਲ, ਤੀਸਰਾ ਰਾਜਾ ਰਸਾਲੂ, ਚੌਥਾ ਹੈਗਾ ਲੇਲਾ ਮਜਨੂ। ਇਹਦਾ ਕਰੈਕਟ ਆਨਸਰ ਹੈਗਾ ਲੇਲਾ ਮਜਨੂ। ਜਿਹੜੀ ਹੈਗੀ ਇਹ ਦੰਤ ਕਥਾ ਪੰਜਾਬੀ ਵਿਰਸੇ ਨਾਲ ਸੰਬੰਧਿਤ ਨਹੀਂ ਹੈ। 15ਵਾਂ ਕੁਐਸਚਨ ਅੱਗੇ, ਪੰਜਾਬੀ ਲੋਕ ਕਹਾਣੀ ਦੀ ਸਭ ਤੋਂ ਪ੍ਰਾਚੀਨ ਵੰਨਗੀ ਹੈ। ਪਹਿਲਾ ਆਪਸ਼ਨ ਹੈ ਬੁਝਾਵਲ ਕਹਾਣੀਆਂ, ਦੂਸਰਾ ਜਨੌਰ ਕਹਾਣੀਆਂ, ਤੀਸਰਾ ਆਪਸ਼ਨ ਹੈ ਨੀਤੀ ਕਥਾਵਾਂ, ਚੌਥਾ ਪ੍ਰੀਤ ਕਥਾਵਾਂ। ਇਹਦਾ ਕਰੈਕਟ ਆਨਸਰ ਹੈਗਾ ਜਨੌਰ ਕਹਾਣੀਆਂ ਜਿਹੜੀਆਂ ਹੈਗੀਆਂ ਪੰਜਾਬੀ ਲੋਕ ਕਹਾਣੀ ਦੀ ਸਭ ਤੋਂ ਪ੍ਰਾਚੀਨ ਵੰਨਗੀ ਹੈ। 16ਵਾਂ ਕੁਐਸਚਨ ਹੈ ਲੋਕ ਗਾਥਾ ਵਿੱਚ ਪਹਿਲ ਕਿਸ ਨੂੰ ਦਿੱਤੀ ਜਾਂਦੀ ਹੈ? ਪਹਿਲਾ ਆਪਸ਼ਨ ਹੈ ਕਥਾ ਤੇ ਗਾਉਣ, ਦੂਸਰਾ ਆਪਸ਼ਨ ਹੈ ਕਥਾ ਤੇ ਵਾਰਤਾਲਾਪ, ਤੀਸਰਾ ਗਾਉਣ ਅਤੇ ਨੱਚਣ, ਗਾਉਣ ਤੇ ਨੱਚਣ, ਚੌਥਾ ਹੈਗਾ ਮੰਗਲਾਚਾਰ ਤੇ ਅੰਤ। ਤੇ ਕਰੈਕਟ ਆਨਸਰ ਹੈਗਾ ਗਾਉਣ, ਕਥਾ ਤੇ ਗਾਉਣ। ਇਹਦਾ ਕਰੈਕਟ ਆਨਸਰ ਹੈਗਾ ਕਥਾ ਤੇ ਗਾਉਣ, ਇਹ ਨੱਚਣ ਹੈਗਾ। 17ਵਾਂ ਕੁਐਸਚਨ ਹੈ ਗਜ਼ਲ ਦੇ ਅੰਤਿਮ ਸ਼ੇਰ ਨੂੰ ਕਿਹਾ ਜਾਂਦਾ ਹੈ? ਪਹਿਲਾ ਆਪਸ਼ਨ ਹੈ ਮਕਤਾ, ਦੂਸਰਾ ਆਪਸ਼ਨ ਹੈ ਮਤਲਾ ਸਾਨੀ, ਤੀਸਰਾ ਆਪਸ਼ਨ ਹੈ ਅੰਦਾਜ਼, ਚੌਥਾ ਹੈਗਾ ਮਤਲਾ। ਇਹਦਾ ਕਰੈਕਟ ਆਨਸਰ ਹੈਗਾ ਮਕਤਾ। ਗਜ਼ਲ ਦੇ ਅੰਤਿਮ ਸ਼ੇਰ ਨੂੰ ਮਕਤਾ ਕਿਹਾ ਜਾਂਦਾ ਹੈ। 18ਵਾਂ ਕੁਐਸਚਨ, ਕਿਸ ਨਾਟਕਕਾਰ ਨੇ ਪ੍ਰਤੀਕਾਂ ਦੀ ਵਰਤੋਂ ਨਾਮਾਤਰ ਕੀਤੀ ਹੈ? ਪਹਿਲਾ ਆਪਸ਼ਨ ਆਤਮਜੀਤ, ਦੂਸਰਾ ਰਵਿੰਦਰ ਰਵੀ, ਤੀਸਰਾ ਬਲਵੰਤ ਗਾਰਗੀ, ਚੌਥਾ ਆਈ.ਸੀ. ਨੰਦਾ। ਇਹਦਾ ਕਰੈਕਟ ਆਨਸਰ ਹੈਗਾ ਆਈ.ਸੀ. ਨੰਦਾ ਨੇ ਪ੍ਰਤੀਕਾਂ ਦੀ ਵਰਤੋਂ ਨਾਮਾਤਰ ਕੀਤੀ ਹੈ ਨਾਟਕ ਵਿੱਚ। 19ਵਾਂ ਕੁਐਸਚਨ, ਪੰਜਾਬੀ ਭਾਸ਼ਾ ਵਿੱਚ ਹੀਰ ਰਾਂਝੇ ਦਾ ਵਰਣਨ ਸਭ ਤੋਂ ਪਹਿਲਾਂ ਕਿਸ ਸੂਫੀ ਦੀ ਕਾਵਿ ਰਚਨਾ ਵਿੱਚ ਹੁੰਦਾ ਹੈ? ਪਹਿਲਾ ਆਪਸ਼ਨ ਹੈ ਸਾਮ ਹੁਸੈਨ, ਦੂਸਰਾ ਬੁੱਲੇ ਸ਼ਾਹ, ਤੀਸਰਾ ਸੁਲਤਾਨ ਬਾਹੂ, ਚੌਥਾ ਸ਼ੇਖ ਫਰੀਦ। ਇਹਦਾ ਕਰੈਕਟ ਆਨਸਰ ਹੈਗਾ ਸਾਮ ਹੁਸੈਨ ਜਿਹੜਾ ਹੈਗਾ, ਇਹ ਕਰੈਕਟ ਆਨਸਰ ਹੈਗਾ ਇਹਦਾ। 20ਵਾਂ ਕੁਐਸਚਨ ਆਪਣਾ ਲਾਸਟ ਕੁਐਸਚਨ ਹੈਗਾ, ਕਿੱਸਾ ਯੂਸੁਫ ਜ਼ੁਲੇਖਾ ਪੰਜਾਬੀ ਵਿੱਚ ਲਿਖਿਆ ਹੈ? ਪਹਿਲਾ ਆਪਸ਼ਨ ਹੈ ਮੁਕਬਲ, ਦੂਸਰਾ ਹਾਫਿਜ਼ ਬਰਖੁਦਾ, ਤੀਸਰਾ ਕਾਦਰਿਆਰ, ਚੌਥਾ ਹਾਮਦ। ਇਹਦਾ ਕਰੈਕਟ ਆਨਸਰ ਹੈਗਾ ਹਾਫਿਜ਼ ਬਰਖੁਦਾਰ ਨੇ ਕਿੱਸਾ ਯੂਸੁਫ ਜ਼ੁਲੇਖਾ ਪੰਜਾਬੀ ਵਿੱਚ ਲਿਖਿਆ ਸੀ। ਹਾਂਜੀ, ਮੇਰਾ ਲੈਕਚਰ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਆ ਜੀ, ਸਬਸਕ੍ਰਾਈਬ ਕਰਿਆ ਜੀ। ਥੈਂਕ ਯੂ।